बच्चों ਅੱਜ ਦਾ ਜਿਹੜਾ ਲੈਕਚਰ ਹੈ ਉਹ ਦੋ ਪਾਰਟਸ ਹੋਏਗਾ ਕਿਉਂਕਿ ਲਾਈਟ ਚਲੀ ਗਈ ਸੀਗੀ ਉਸ ਵਜ੍ਹਾ ਦੇ ਨਾਲ ਜੋ ਹੈ ਆਪਣਾ ਲਿੰਕ ਟੁੱਟ ਗਿਆ ਸੀ ਤੇ ਅੱਜ ਦੇ ਜਿਹੜੇ ਦੋਨੋਂ ਲੈਕਚਰ ਹੈ ਉਹ ਕੰਟੀਨਿਊਸ਼ਨ ਦੇ ਵਿੱਚ ਹੈਗੇ ਆ ਦੋਨੋਂ ਲੈਕਚਰ ਸੋ ਦੋਨੋਂ ਲੈਕਚਰ ਤੁਸੀਂ ਧਿਆਨ ਨਾਲ ਜਿਹੜੇ ਹੈ ਸੁਣਿਓ ਅੱਗੇ ਹੁਣ ਆਪਾਂ ਕੰਟੀਨਿਊ ਕਰ ਰਹੇ ਹਾਂ ਆਪਾਂ ਜਿਹੜਾ ਹੈਗਾ ਆਧੁਨਿਕ ਉੱਤਰ ਆਧੁਨਿਕਤਾਵਾਦ ਦਾ ਅਸੀਂ ਅਰਥ ਡਿਸਕਸ ਕਰ ਰਹੇ ਸੀਗੇ ਅਸੀਂ ਐਂਡਰਿਊ ਹੇਵਰਡ ਦਾ ਜਿਹੜਾ ਮਤ ਹੈ ਉਹਨੂੰ ਡਿਸਕਸ ਕਰ ਰਹੇ ਸੀ ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਕਿ ਦੋ ਤਿੰਨ ਗੱਲਾਂ ਤੁਹਾਨੂੰ ਦੱਸੀਆਂ ਜਿਹੜੀਆਂ ਕਿ ਇੰਪੋਰਟੈਂਟ ਹੈਗੀਆਂ ਪਹਿਲੀ ਗੱਲ ਜਿਹੜੀ ਇਹਦੇ ਚ ਇੰਪੋਰਟੈਂਟ ਹੈਗੀ ਹੈ ਉਹ ਇਹ ਹੈ ਕਿ ਜਿਹੜੀ ਇਹ ਵਿਚਾਰਧਾਰਾ ਹੈ ਜਾਂ ਇਹ ਜਿਹੜਾ ਅੰਦੋਲਨ ਹੈ ਇਹ ਇੱਕ ਗੁੰਝਲਦਾਰ ਚੀਜ਼ ਹੈ ਠੀਕ ਹੈ दूसरी गल ये चर्चा योग भी है तीसरी गल जिहड़ा है ये जिहड़ी मूवमेंट हैगी है या अंदोलन है ਇਹਦੇ ਵਿੱਚ ਜਿਹੜੇ ਵਿਚਾਰਕ ਹੈ ਉਹਨਾਂ ਨੇ ਵਿਚਾਰ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਦਿੱਤੇ ਹੈ ਸੋ ਕਿਸੇ ਦੇ ਵਿਚਾਰ ਕਿਸੇ ਦੇ ਨਾਲ ਮਿਲਦੇ ਨਹੀਂ ਇਸ ਕਰਕੇ ਜਿਹੜਾ ਕਲੈਰਿਟੀ ਇਹਦੀ मीनिंग ਦੀ ਕਲੈਰਿਟੀ ਨਹੀਂ ਹੁੰਦੀ ਮਤਲਬ ਇਹਦਾ ਜਿਹੜਾ मीनिंग ਹੈ ਉਹ ਸਾਨੂੰ ਕਲੀਅਰ ਟਰਮਸ ਦੇ ਵਿੱਚ ਸਪਸ਼ਟ ਨਹੀਂ ਹੁੰਦਾ ठीक है और मैं दोबारा वही स्टेटमेंट जी है उन्हें रिपीट कर देना है पोस्ट आधुनिकतावाद एक विवादपूर्ण ਅਤੇ ਉਲਝਣ ਵਾਲਾ ਸ਼ਬਦ ਹੈ ਪਹਿਲੀ ਵਾਰੀ ਪੱਛਮੀ ਆਰਕੀਟੈਕਚਰ ਵਿੱਚ ਇਸ ਦੀ ਪ੍ਰਯੋਗਾਤਮਕ ਅੰਦੋਲਨ ਅਤੇ ਆਮ ਤੌਰ ਤੇ ਸੱਭਿਆਚਾਰਕ ਵਿਕਾਸ ਦਾ ਵਰਣਨ ਇੱਕ ਗੱਲ ਮੈਂ ਤੁਹਾਨੂੰ ਇਹ ਦੱਸ ਰਿਹਾ ਸੀਗਾ ਕਿ ਅਸੀਂ ਜਿਹੜਾ ਇਹ ਟੌਪਿਕ ਹੈ ਉਹਨੂੰ ਅਸੀਂ ਰਾਜਨੀਤਿਕ ਅਤੇ ਦਾਰਸ਼ਨਿਕ ਐਂਗਲ ਤੋਂ ਦੇਖਦੇ दार्शनिक एंगल तो ज़्यादा उसे कंसंट्रेशन करना है क्योंकि असी जो टॉपिक पढ़ रहे हैं असं पोलिटिकल साइंस के पेपर के पढ़ रहे हैं सो पेपर का थोड़ा जो नाम है मेजर पोलिटिकल थीम्स इन पोलिटिकल फिलॉसफी सो दो चीज़ों तो असी जो इसमें जोड़ा इसका मतलब डिस्कशन करनी है एक तो पोलिटिकल एंगल एक फिलॉसफिकल एंगल एक दार्शनिक राजनीतिक एंगल तो इनू ज़्यादा पढ़ना है डिस्कस जो है वो सो मैं ਤੁਹਾਨੂੰ ਇਹ ਵੀ ਦੱਸ ਰਿਹਾ ਸੀਗਾ ਕਿ ਇਸ ਟਰਮ ਦੀ ਜਿਹੜੀ ਵਰਤੋਂ ਹੈ ਪਹਿਲੀ ਵਾਰੀ ਜਿਹੜੀ ਹੈ ਉਹ ਆਰਕੀਟੈਕਚਰ ਦੇ ਵਿੱਚ ਕੀਤੀ ਆਰਕੀਟੈਕਚਰਲ ਟਰਮ ਦੇ ਵਿੱਚ ਹੋਈ ਸੋ ਇੱਕ ਦਾ ਜਿਹੜਾ ਇਹ ਸਿਧਾਂਤ ਹੈ ਉਹ ਡੀਕਨਸਟਰਕਸ਼ਨਿਜ਼ਮ ਮਤਲਬ ਕਿ ਇਹਦੇ ਜਿਹੜੇ ਮੁੱਖ ਬਿੰਦੂ ਹੈਗੇ ਆ ਇੱਕ ਤਾਂ ਇਹਨੇ ਜਿਹੜੇ ਮਾਡਰਨਿਜ਼ਮ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਗਲੋਬਲਾਈਜੇਸ਼ਨ ਹੋਈ ਵਿਸ਼ਵੀਕਰਨ ਹੋਇਆ ठीक है ये सारी चीज़ों को जड़ा सीधा रिजेक्ट कर दिता यूनिवर्सल ਜਿਹੜੀ ਟਰੂਥ ਦੀ ਥਿਊਰੀ ਸੀ ਉਹਨੂੰ ਵੀ ਇਸ ਨੇ ਜਿਹੜਾ ਸੀਗਾ ਰਿਜੈਕਟ ਕਰ ਦਿੱਤਾ ਹੁਣ ਅਗਰ ਅਸੀਂ ਇਹਦੇ मीनिंग ਉੱਤੇ ਆਈਏ ਅਗਰ ਅਸੀਂ ਇਹਦੀ ਪਰਿਭਾਸ਼ਾ ਤੇ ਆਈਏ ਤਾਂ ਅਸੀਂ ਦੋ ਵਿਚਾਰਕ ਹੈਗੇ ਆ ਜਿਨ੍ਹਾਂ ਦੀਆਂ ਅਸੀਂ ਪਰਿਭਾਸ਼ਾਵਾਂ ਜਿਹੜੀਆਂ ਹੈਗੀਆਂ ਉਹ ਡਿਸਕਸ ਜਿਹੜੀਆਂ ਹੈਗੀਆਂ ਕਰਨੀਆਂ ਠੀਕ ਹੈ ਜੀ ਇਹਦੇ ਵਿੱਚ एक तो है जी डीएम जोन्स ठीक है जी डीएम जोन्स की गल कर रहे हैं ਅਸੀਂ ਹੁਣ ਇਹਦੀਆਂ ਪਰਿਭਾਸ਼ਾਵਾਂ ਜਿਹੜੀਆਂ ਉਹਨਾਂ ਨੂੰ ਜਿਹੜਾ ਉਹਨਾਂ ਦੀ ਚਰਚਾ ਕਰਾਂਗੇ ਜਾਂ ਉਹਨਾਂ ਨੂੰ ਡਿਸਕਸ ਕਰਾਂਗੇ ਸੋ ਇੱਕ ਵਿਚਾਰਕ ਹੋਏ डीएम जोन्स 1995 ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ पोस्ट मॉडर्निज्म ਤੇ ਆਪਣੇ ਵਿਚਾਰ ਦਿੱਤੇ ਪ੍ਰੋਪਰ ਜਿਹੜੀ ਪਰਿਭਾਸ਼ਾ ਨਹੀਂ ਹੈ पोस्ट मॉडर्निज्म ਤੇ ਉਹਨਾਂ ਨੇ ਕੀ ਕਿਹਾ पोस्ट मॉडर्निज्म constitutes assault upon rationalistic certainties post modernism ठीक है post modernism constitutes assault upon rationalistic certainty of enlightenment certainty of enlightenment ठीक है जी ਹੁਣ ਇਹ ਆਰ ਮॉडर्निज्म ਦਾ ਕਾਲ ਸੀ ਉਹਦੇ ਵਿੱਚ enlightenment
ਜਿਹਨੂੰ ਰੈਨੇਸਾ ਕਹਿੰਦੇ ਆ, ਰੈਨੇਸਾ ਮੂਵਮੈਂਟ ਕਹਿੰਦੇ ਆ, ਜਾਂ ਜਿਹਨੂੰ ਆਪਾਂ ਜਾਗ੍ਰਿਤੀ ਅੰਦੋਲਨ ਕਹਿੰਦੇ ਆ, ਉਹ ਉਹਦਾ ਜਨਮ ਵੀ ਇਸ ਇਸ ਮਾਡਰਨਿਜ਼ਮ ਦੇ ਵਿੱਚ ਹੋਇਆ ਸੀ। ਸੋ ਜਿਹੜਾ ਡੀਐਮ ਜੋਨਸ ਹੈ ਉਹ ਇਹ ਕਹਿੰਦਾ ਕਿ ਮਾਡਰਨਿਜ਼ਮ ਦੇ ਵਿੱਚ ਜੋ ਕੁਝ ਵੀ ਹੋਇਆ ਜਾਂ ਜਿਹੜੇ ਅਸੀਂ ਮਨੁੱਖ ਦੀ ਬੁੱਧੀ ਨਾਲ ਜਿਹੜੀਆਂ ਮਾਨਤਾਵਾਂ ਨੂੰ ਅਸੀਂ ਸਥਾਪਿਤ ਕੀਤਾ ਸੀ, ਉਹਨਾਂ ਮਾਨਤਾਵਾਂ ਨੂੰ ਜਿਹੜਾ ਪੋਸਟ ਮਾਡਰਨਿਜ਼ਮ ਹੈ ਉਹ ਰਿਜੈਕਟ ਕਰਦਾ। ਉਹਨਾਂ ਜਿਹੜੀ ਰੈਸ਼ਨਲਿਸਟਿਕ ਜਿਹੜੀਆਂ ਨੋਸ਼ਨਸ ਸੀਗੀਆਂ ਉਸ ਵੇਲੇ, ਉਹਨਾਂ ਉੱਤੇ ਅਸੌਲਟ ਹੈ, ਉਹਨਾਂ ਉੱਤੇ ਹਮਲਾ ਹੈ ਪੋਸਟ ਮਾਡਰਨਿਜ਼ਮ। ਸੋ ਉਹਨੇ ਕੀ ਕਿਹਾ ਕਿ ਪੋਸਟ ਮਾਡਰਨਿਜ਼ਮ constitutes assault on rationalistic certainties of enlightenment। enlightenment ਦੇ ਵਿੱਚ, ਜਾਗ੍ਰਿਤੀ ਅੰਦੋਲਨ ਦੇ ਵਿੱਚ ਜਿਹੜੇ ਵਿਚਾਰਕ ਹੋਏ ਕਿਸੇ ਵੀ ਫੀਲਡ ਦੇ ਵਿੱਚ, ਉਹਨਾਂ ਨੇ ਆਪਣੇ ਅਧਿਐਨ ਦੁਆਰਾ ਕਈ ਤਰ੍ਹਾਂ ਦੇ ਜਿਹੜੇ ਸਿਧਾਂਤ ਸੀਗੇ ਉਹਨਾਂ ਨੂੰ ਸਥਾਪਿਤ ਕੀਤਾ। ਮਤਲਬ ਸਿਧਾਂਤ ਏਦਾਂ ਨਹੀਂ ਜਿੱਦਾਂ ਮਿਡੀਵਲਿਜ਼ਮ ਵਿੱਚ ਸੀਗਾ ਕਿ ਜਿਹੜੇ ਉਸ ਵੇਲੇ ਦੇ ਜਿਹੜੇ ਧਾਰਮਿਕ ਨੇਤਾ ਸੀਗੇ ਜਾਂ ਧਾਰਮਿਕ ਲੀਡਰ ਸੀਗੇ ਜਾਂ ਪੀਰ ਪੈਗੰਬਰ ਸੀਗੇ, ਜੋ ਕਹਿੰਦੇ ਸੀ ਉਹ ਲੋਕਾਂ ਨੂੰ ਕਹਿੰਦੇ ਸੀ ਇਹਨੂੰ ਐਜ਼ ਇਟ ਇਜ਼ ਮੰਨ ਲਓ, ਇਹਨੂੰ ਮਤਲਬ ਇਹਨੂੰ ਤੱਕ ਦੇ ਆਧਾਰ ਤੇ ਰੱਖਣ ਦੀ ਲੋੜ ਨਹੀਂ ਹੈ। ਪਰ ਜਦੋਂ ਐਨਲਾਈਟਨਮੈਂਟ ਆਈ, ਜਦੋਂ ਲੋਕਾਂ ਦੇ ਵਿੱਚ ਜਾਗ੍ਰਿਤੀ ਆਈ ਜਾਂ ਜਦੋਂ ਜਾਗ੍ਰਿਤੀ ਅੰਦੋਲਨ ਆਇਆ, ਉਸ ਦੇ ਵਿੱਚ ਮਨੁੱਖ ਨੇ ਹਰ ਚੀਜ਼ ਨੂੰ ਤਰਕ ਦੇ ਆਧਾਰ ਉੱਤੇ ਜਿਹੜਾ ਸੀਗਾ ਉਹਨੂੰ ਸਪਸ਼ਟ ਕੀਤਾ, ਉਹਨੂੰ ਦੱਸਿਆ, ਉਹਨੂੰ ਸਥਾਪਿਤ ਕੀਤਾ, ਉਹਦਾ ਵਰਣਨ ਕੀਤਾ, ਪਲੱਸ ਜਿਹੜਾ ਸੀਗਾ ਉਹਨੂੰ ਜਿਹੜਾ ਸੀਗਾ ਮਤਲਬ ਪ੍ਰੂਵ ਕਰਕੇ ਨਵੇਂ ਜਿਹੜੇ ਟਰੂਥ ਸੀਗੇ ਉਹਨੂੰ ਸਾਇੰਟਿਫਿਕਲੀ ਜਿਹੜਾ ਪ੍ਰੂਵ ਕਰਨ ਦੀ ਜਿਹੜੀ ਸੀ ਕੋਸ਼ਿਸ਼ ਕੀਤੀ ਸੀ। ਕਿ ਚੀਜ਼ਾਂ ਨੂੰ ਪ੍ਰੂਵ ਕਹਿੰਦਾ ਹੈ 1995 ਦੇ ਵਿੱਚ ਜਿਹੜੀ ਹੈ ਇਹ ਗੱਲ ਕਹੀ ਸੀ ਕਿ ਅਸੌਲਟ ਹੈ ਇਸ ਤਰ੍ਹਾਂ ਦਾ ਜਿਹੜੀਆਂ ਰੈਸ਼ਨੈਲਿਟੀ ਦੁਨੀਆ। ਠੀਕ ਹੈ ਜੀ, ठीक है जी। दूसरी गल कहता है कि कुछ विचारक होते हैं जिसका निश्चय है, हेडिगर है, कल्मिनेटिंग विद मिशेल फूको, दरेगा, देलजू, इंटीरियर रेडिकल क्वेश्चनिंग ऑफ द सोशल। Foucault practice in human sciences that enlightenment is both intimate to have। ठीक है। ਹੁਣ ਇੱਕ ਵਿਚਾਰਕ ਹੋਰ ਹੋਇਆ ਹੈ, ਇਹਨੂੰ ਵੀ ਆਪਾਂ ਡਿਸਕਸ ਜਿਹੜਾ ਹੈਗਾ ਕਰ ਲੈਂਦੇ ਹਾਂ। ਇਹਦਾ ਨਾਮ ਹੈਗਾ ਹੈ ਠੀਕ ਹੈ ਜੀ, ਇਹਦਾ ਨਾਮ ਹੈਗਾ ਹੈ ਨਿਗਲ ਬਲੇਕ। ਠੀਕ ਹੈ ਜੀ, ਨਿਗਲ ਬਲੇਕ ਜਿਹੜਾ ਸੀਗਾ ਉਹਨੇ ਇਹ ਗੱਲ ਜਿਹੜੀ ਹੈ ਪੋਸਟ ਮਾਡਰਨਿਜ਼ਮ ਬਾਰੇ ਇਹ ਕਿਹਾ, post modernism is a intellectual formation typically intellectual formation which offers radical challenge to variety of settled assumptions,
Postmodernism is an intellectual formation which offers a radical challenge to variety of settled assumptions concerning society। ठीक है जी, बाकी मैं इसको लिखने लग गया हूँ ऊपर, इसको लिखने लग गया हूँ। concerning society, culture, उसके बाद nature and the nature of individual individual nature of individual and questioning questioning variety of settled assumptions, नहीं questioning concerning sorry questioning knowledge and ठीक है। ਹੁਣ ਜਿਹੜਾ ਨੀਗਲ ਬ੍ਰੇਕ ਹੈ ਉਹਨੇ ਜਿਹੜੀ ਪਰਿਭਾਸ਼ਾ ਦਿੱਤੀ ਹੈ ਪੋਸਟ ਮਾਡਰਨਿਜ਼ਮ ਦੀ, ਉਹ ਪਰਿਭਾਸ਼ਾ ਥੋੜੀ ਮੈਨੂੰ ਢੁਕਵੀਂ ਲੱਗਦੀ। ਸੋ ਉਹ ਕੀ ਕਹਿੰਦਾ ਹੈਗਾ ਕਿ ਇੱਕ ਤਰ੍ਹਾਂ ਦੀ ਇਹ ਇੱਕ ਤਰ੍ਹਾਂ ਦੀ ਜਿਹੜੀ ਹੈ ਇੰਟੈਲੈਕਚੁਅਲ ਫਾਰਮੇਸ਼ਨ ਹੈ, मतलब इंटेलेक्चुअल ਨੂੰ ਕਹਿੰਦੇ बुद्धि ਤੇ आधारित व्यवस्था है या फॉर्मेशन है जिसने एक तरह का प्रयोगात्मक जड़ा है चैलेंज किया है कि नो वैरायटी ऑफ सेटल्ड असम्पशंस, वैरायटी ऑफ सेटल्ड असम्पशंस सीखियां। ठीक है, मतलब हम पोस्टमॉडर्निज्म तुसी समझ लो कि